हेलो एवरीवन, मेरा टॉपिक है मायोग्लोबिन एंड हीमोग्लोबिन फंक्शंस एंड कोऑपरेटिव। फर्स्ट ऑफ ऑल मायोग्लोबिन एंड हीमोग्लोबिन है कि ਇਹ ਦੋਨੋਂ ਪ੍ਰੋਟੀਨਸ ਨੇ। ਜਿਹੜਾ ਹੀਮੋਗਲੋबिन ਹੁੰਦਾ ਹੈ ਉਹ ਮੇਡ ਅਪ ਆਫ ਹੁੰਦਾ ਹੈ ਟੂ ਪਾਰਟਸ, ਇੱਕ ਹੇਮ ਪਾਰਟ, ਇੱਕ ਗਲੋਬਿਨ ਪਾਰਟ। ਜਿਹੜਾ ਹੇਮ ਆ ਉਹ ਪ੍ਰੋਸਥੈਟਿਕ ਗਰੁੱਪ ਹੈ, ਜਦਕਿ ਜਿਹੜਾ ਗਲੋਬਿਨ ਆ ਉਹ ਕੰਸਿਸਟ ਹੁੰਦਾ ਹੈ ਪੋਲੀਪੈਪਟਾਈਡ ਚੇਨ ਨਾਲ, ਜੋ ਕਿ ਪ੍ਰੋਟੀਨ ਗਰੁੱਪ ਪਾਰਟ ਹੈ। ਤੇ ਮਾਇਓਗਲੋबिन ਦੀ ਗੱਲ ਕਰੀਏ, ਉਹ ਗਲੋਬੂਲਰ ਪ੍ਰੋਟੀਨ ਹੈ ਤੇ ਕੰਸਿਸਟ ਹੁੰਦਾ ਹੈ 1 ਪੋਲੀਪੈਪਟਾਈਡ ਚੇਨਸ ਆਫ 153 ਅਮਾਈਨੋ ਐਸਿਡਸ। ਤੇ ਹੀਮੋਗਲੋबिन ਦੀ ਫੰਕਸ਼ਨ ਦੀ ਗੱਲ ਕਰੀਏ ਤਾਂ ਇਹਦਾ ਮੇਨ ਫੰਕਸ਼ਨ ਹੁੰਦਾ ਆ ਇਹ ਆਕਸੀਜਨ ਕੈਰੀਅਰ ਹੈ, ਮਤਲਬ ਇਹ ਆਕਸੀਜਨ ਨੂੰ ਲੈ ਕੇ ਜਾਂਦਾ ਹੈ ਫਰੋਮ ਲੰਗਸ ਟੂ ਟਿਸ਼ੂਜ਼ ਤੱਕ। ਬਟ ਇਹ ਆਕਸੀਜਨ ਨਾਲ ਤਦ ਹੀ ਬਾਈਂਡ ਕਰਦਾ ਹੈ ਜਦ ਹਾਈ ਪਾਰਸ਼ੀਅਲ ਪ੍ਰੈਸ਼ਰ ਦੀ ਕੰਡੀਸ਼ਨ ਪ੍ਰੈਜ਼ੈਂਟ ਹੁੰਦੀ ਹੈ, ਜੋ ਕਿ ਲੰਗਸ ਦੇ ਵਿੱਚ ਪ੍ਰੈਜ਼ੈਂਟ ਆ। ਲੰਗਸ ਦੇ ਵਿੱਚ ਆਪਾਂ ਪ੍ਰੈਸ਼ਰ ਦੀ ਗੱਲ ਕਰੀਏ, ਇਹ ਹੁੰਦਾ ਆ 100 mm ਆਫ HG। ਇਹ ਆਕਸੀਜਨ ਨਾਲ ਬਾਈਂਡ ਕਰਕੇ ਆਕਸੀਜਨ ਨੂੰ ਬਲੱਡ ਦੇ ਥਰੂ ਟਿਸ਼ੂਜ਼ ਤੱਕ ਲੈ ਜਾਂਦਾ ਆ, ਜਿੱਥੇ ਮਾਇਓਗਲੋबिन ਪਿਕਅਪ ਕਰ ਲੈਂਦਾ ਜਿੰਨੀ ਵੀ ਆਕਸੀਜਨ ਹੁੰਦੀ ਹੈ ਫਰੋਮ ਦਾ ਹੀਮੋਗਲੋबिन। ਲੰਗਸ ਦੇ ਵਿੱਚ ਗੱਲ ਕਰੀਏ, ਜਿਹੜਾ ਪ੍ਰੈਸ਼ਰ O2 ਦਾ ਕਾਫੀ ਹਾਈ ਹੁੰਦਾ ਹੈ। ਇਸ ਵਜ੍ਹਾ ਜਿਹੜੀ ਐਫੀਨਿਟੀ ਹੁੰਦੀ ਹੈ ਹੀਮ ਦੀ O2 ਲਈ, ਉਹ ਵੀ ਵੈਰੀ ਹਾਈ ਹੁੰਦੀ ਹੈ, ਸੋ ਦੈਟ ਇਟ ਐਫੀਸ਼ੈਂਟਲੀ ਲੋਡ ਅਪ ਐਜ਼ ਮਚ ਐਜ਼ O2 ਐਜ਼ ਪੋਸੀਬਲ। ਬਟ ਜਿੱਦਾਂ ਹੀਮੋਗਲੋबिन ਸੈਲਸ ਤੱਕ ਪੁੱਜਦਾ ਆ, ਜਿੱਥੇ ਪਾਰਸ਼ੀਅਲ ਪ੍ਰੈਸ਼ਰ ਜਿਹੜਾ ਹੁੰਦਾ ਆਕਸੀਜਨ ਦਾ ਘੱਟ ਹੁੰਦਾ ਆ, ਤੇ ਆਕਸੀਜਨ ਡਿਸੋਸੀਏਟ ਹੋਣੀ ਸ਼ੁਰੂ ਹੋ ਜਾਂਦੀ ਹੈ ਫਰੋਮ ਦੀ ਕੰਪਲੈਕਸ। ਸੋ ਇਨਫੋਰਮੇਸ਼ਨ ਪਾਸ ਆਨ ਹੁੰਦੀ ਰਹਿੰਦੀ ਹੈ, ਜਿੰਨੇ ਵੀ ਰਿਮੇਨਿੰਗ ਹੇਮ ਗਰੁੱਪ ਹੁੰਦੇ ਆ ਉਹ ਵੀ ਆਪਣੀ ਆਕਸੀਜਨ ਨੂੰ ਅਨਲੋਡ ਕਰ ਦਿੰਦੇ ਨੇ। ਸੋ ਮਾਇਓਗਲੋबिन ਤੋਂ ਬਾਅਦ O2 ਨੂੰ ਪਿਕਅਪ ਕਰ ਲੈਂਦਾ। ਸਿੰਸ ਮਾਇਓਗਲੋबिन ਦੇ ਕੋਲ ਇੱਕ ਹੀ ਹੀਮ ਗਰੁੱਪ ਆ, ਸੋ ਇਹ ਨਹੀਂ ਸ਼ੋ ਕਰਦਾ ਕੋਆਪਰੇਟਿਵ ਬਾਈਂਡਿੰਗ। ਸੋ ਕੋਆਪਰੇਟਿਵ ਬਾਈਂਡਿੰਗ ਕਿਆ ਹੁੰਦਾ ਆ? ਬਾਈਂਡਿੰਗ ਔਰ डिसोसिएशन ऑफ फर्स्ट O2 molecule occur weakly, but it lead to conformational change in other subunits and subsequent binding occur with high affinity। मतलब ਜਿਹੜਾ ਪਹਿਲਾ ਮੋਲੀਕਿਊਲ डिसोसिएट ਉਹ ਕਾਫੀ ਸਲੋ ਕਰੂਗਾ, ਪਰ ਬਾਅਦ 'ਚ ਉਹ ਬਾਕੀਆਂ ਨੂੰ ਟ੍ਰਿਗਰ ਕਰ ਦੂਗਾ, ਬਾਕੀ ਵੀ डिसोसिएट ਹੋ ਜਾਣ ਕੁਝ ਕਨਫਰਮੇਸ਼ਨਲ ਚੇਂਜਸ ਕਰਕੇ। ਇਹ ਤੋਂ ਇਹ ਪਤਾ ਲੱਗਦਾ ਆ ਜਿਹੜੀ ਮਾਇਓਗਲੋबिन ਹੈ ਉਹਦੀ ਐਫੀਨਿਟੀ ਕਾਫੀ ਹਾਈ ਹੁੰਦੀ ਹੈ ਆਕਸੀਜਨ ਲਈ ਹੀਮੋਗਲੋबिन ਦੇ ਕੰਪੈਰੀਜ਼ਨ ਐਟ ਲੋ ਪਾਰਸ਼ੀਅਲ ਪ੍ਰੈਸ਼ਰ, ਜੋ ਕਿ ਮਸਲਸ ਦੇ ਵਿੱਚ ਹੈ। ਇਸੀ ਵਜ੍ਹਾ ਨਾਲ ਮਾਇਓਗਲੋबिन ਇੱਕ ਸਟੋਰੇਜ ਪ੍ਰੋਟੀਨ ਦੀ ਤਰ੍ਹਾਂ ਵੀ ਐਕਟ ਕਰਦਾ ਆ। ਸੋ ਇਟ ਇਜ਼ ਨਾਓ ਐਪਰੈਂਟ ਇਹਦਾ ਮੇਜਰ ਰੋਲ ਆ ਟਰਾਂਸਪੋਰਟ ਕਰਨਾ O2 ਇਨ ਦੀ ਮਸਲਸ। सो इट इंक्रीज इफेक्टिव सॉल्युबिलिटी ऑफ द O2 इन मसल। मायोग्लोबिन को सिर्फ एक हीम ग्रुप प्रेजेंट होंदा है पर मॉलिक्यूल, तो जी बॉन्डिंग होंदी है आयरन तो ऑक्सीजन मॉलिक्यूल दे विच सेम होंदी है, बट इक्विलिब्रियम जिहड़ा होंदा इहदे विच सिंपल होंदा दैन इक्विलिब्रियम इन हीमोग्लोबिन, बिकॉज इहदे विच एक ही ऑक्सीजन मॉलिक्यूल बाइंड होंदा है। जी रिवर्सिबल बाइंडिंग होनी है O2 to Mb रिप्रेजेंटेड बाय सिंपल इक्विलिब्रियम रिएक्शन इज Mv plus O2 reversible give MbO2। ਇਹਨੂੰ ਆਪਾਂ ਇਕੁਏਸ਼ਨ 1 ਮੰਨ ਲੈਂਦੇ ਹਾਂ। ਸੋ ਇਕੁਇਲਿਬਰੀਅਮ ਕਾਂਸਟੈਂਟ K ਹੋਊਗਾ ਇਸ ਰਿਐਕਸ਼ਨ ਲਈ, K is equals to MvO2 Mv plus O2। ਸੋ K is equals to MvO2 Mb P ਹੈ ਉਹ ਰਿਪਰੈਜ਼ੈਂਟ ਕਰਦਾ ਆ ਇਕੁਇਲਿਬਰੀਅਮ ਪਾਰਸ਼ੀਅਲ ਪ੍ਰੈਸ਼ਰ ਆਫ ਆਕਸੀਜਨ। ਹੁਣ ਆਪਾਂ ਇਸ ਇਕੁਏਸ਼ਨ ਨੂੰ ਰੀਅਰੇਂਜ ਕਰਾਂਗੇ, ਸਾਨੂੰ MvO2 ਦੀ ਵੈਲਿਊ ਮਿਲ ਜਾਣੀ ਹੈ। ਸੋ ਕਿਆ ਆਣੀ ਆ? KMbP। ਇਹਨੂੰ ਆਪਾਂ ਇਕੁਏਸ਼ਨ 2 ਲੈ ਲੈਂਦੇ ਹਾਂ। ਸੋ ਹੁਣ ਆਪਾਂ ਫ੍ਰੈਕਸ਼ਨ ਸੈਚੂਰੇਸ਼ਨ ਕੱਢਣੀ ਆ। ਫ੍ਰੈਕਸ਼ਨ ਸੈਚੂਰੇਸ਼ਨ ਰਿਪਰੈਜ਼ੈਂਟ ਕਰਦੀ ਆ ਥੀਟਾ ਨਾਲ, ਜੋ ਕਿ ਰਿਪਰੈਜ਼ੈਂਟ ਕਰਦਾ ਆ ਰੇਸ਼ੀਓ ਆਫ ਕੌਨਸਨਟ੍ਰੇਸ਼ਨ ਆਫ Mv ਪ੍ਰੈਜ਼ੈਂਟ ਐਜ਼ MbO2 ਟੋਟਲ ਕੌਨਸਨਟ੍ਰੇਸ਼ਨ ਆਫ Mv ਦੈਟ ਇਜ਼। ਸੋ ਇਹ ਵਾਲਾ MbO2 ਹੈ, ਕਿੰਨੇ ਮਾਇਓਗਲੋबिन ਬਾਈਂਡ ਕਰ ਚੁੱਕੇ ਆ ਆਕਸੀਜਨ ਨਾਲ, ਇਹ ਕੌਨਸਨਟ੍ਰੇਸ਼ਨ ਉਹਦੀ ਹੈ, ਤੇ ਇਹ ਵਾਲਾ Mb ਤੇ MbO2 ਟੋਟਲ ਕੌਨਸਨਟ੍ਰੇਸ਼ਨ ਜਿਹੜੀ ਪ੍ਰੈਜ਼ੈਂਟ ਆ ਉਹਨੂੰ ਡਿਫਾਈਨ ਕਰ ਰਿਹਾ ਹੈ। ਸੋ ਹੁਣ ਆਪਾਂ MbO2 ਦੀ ਵੈਲਿਊ ਇਕੁਏਸ਼ਨ 3 ਦੇ ਵਿੱਚ ਪੁੱਟ ਕਰਾਂਗੇ, मतलब ਹੁਣ ਇਕੁਏਸ਼ਨ 2 ਨੂੰ ਪੁੱਟ ਕਰਾਂਗੇ ਇਕੁਏਸ਼ਨ 3 ਦੇ ਵਿੱਚ। ਸੋ ਸਾਡੇ ਕੋਲ ਫ੍ਰੈਕਸ਼ਨ ਸੈਚੂਰੇਸ਼ਨ ਸੋ ਥੀਟਾ ਆ ਗਿਆ KMvP Mv plus KMvP। Mv ਕਾਮਨ ਲੈ ਲਿਆ, ਸੋ ਸਾਡੇ ਕੋਲ ਇਕੁਏਸ਼ਨ ਆਈ ਥੀਟਾ ਇਜ਼ ਇਕੁਅਲਸ ਟੂ Mv Kp Mv1 plus Kp। Mb ਕੈਂਸਲ ਈਚ ਅਦਰ, ਸੋ ਕਿੰਨਾ ਆ ਗਿਆ ਸਾਡੇ ਕੋਲ? ਥੀਟਾ 1 plus Kp ਇਕੁਅਲਸ ਟੂ Kp। ਸੋ ਇਹਦੇ ਨਾਲ ਇਹ ਮਲਟੀਪਲਾਈ ਹੋਇਆ, ਥੀਟਾ ਪਲਸ ਥੀਟਾ Kp ਇਜ਼ ਇਕੁਅਲਸ ਟੂ Kp। ਸੋ ਥੀਟਾ Kp माइनस थीटा Kp। सो थीटा साढ़े को कितना आ गया? Kp आप कॉमन लिया, सो 1 माइनस थीटा। सो साढ़े को K की आऊगा थीटा अपॉन 1 माइनस थीटा, P इज इक्वल्स टू K। सो फ्रॉम इक्वेशन 4 वी गेट थीटा 1 प्लस Kp इज इक्वल्स टू Kp। थीटा क्योंकि ये कॉमन आ जाऊगा, सो क्या आया? थीटा 1 प्लस Kp इज इक्वल्स टू Kp। सो इतों अब साड़ी थीटा की जी फ्रैक्शन सैचूरेशन की वैल्यू आ गई। सो थीटा इज इक्वल्स टू Kp1 प्लस Kp। सो आज जी इक्वेशन है फॉर्म कर दिया हाइपरबोलिक कर्व ऑफ मायोग्लोबिन। सो आज जो कर्व है वो शो करता है दैट पार्शियल प्रेशर ऑफ O2 इंक्रीजेस, मोर ऑफ O2 बाइंड टू मायोग्लोबिन
At very high pressure of O2, almost all the O2 binding sites are occupied and myoglobin is said to be saturated with O2. सो ये हाइपरबोलिक कर्व आ जो कि मायोग्लोबिन फॉर्म कर रहा है, एक कर्व शो कर रहा है कि जितना जितना पार्शियल प्रेशर इंक्रीज हो रहा है उन्नी ज़्यादा ऑक्सीजन मायोग्लोबिन ना बाइंड कर रही है. At a partial pressure of 2.8 torr, MV is half saturated with O2. So when MV is half saturated, theta कितना आया 0.5. So partial pressure कितना होया ऑक्सीजन ਲਈ P half ਦੇ ਕੇਸ ਦੇ ਵਿੱਚ. ਸੋ ਆਪਾਂ ਪਿੱਛੇ ਜੋ K ਦੀ ਇਕੁਏਸ਼ਨ ਆਈ ਸੀ ਥੀਟਾ 1 ਮਾਈਨਸ ਥੀਟਾ P ਇਹਦੇ ਵਿੱਚ ਪੁੱਟ ਕਰਾਂਗੇ ਥੀਟਾ ਦੀ ਵੈਲਿਊ ਜੋ ਕਿ ਸਾਨੂੰ ਗਿਵਨ ਹੈ 0.5. ਸੋ ਆ ਫਾਰਮੂਲਾ पुट की थी सबस्टिट्यूट वैल्यू ऑफ थीटा थीटा कितना 0.5 सो 1 माइनस 0.5 पी हाफ के केस दे विच सो के कितना आ गया 1 पी बाय हाफ सो ये कैंसिल हो गया आपस दे विच सो पी हाफ फॉर ऑक्सीजन के केस दे विच कितना है 1 अपॉन के. तो ये पता लगता है जब 50% सैचुरेशन होंगी है जो के होंदा इनवर्स होंदा पार्शियल प्रैशर दे ऑफ O2 एट 50% सैचुरेशन थीटा कितना सीगा 0.5. सो हुण आपां फ्रैक्शन सैचुरेशन कड्डांगे हीमोग्लोबिन लई. हीमोग्लोबिन ਦੇ ਕੋਲ 4 सब यूनिट्स प्रेजेंट ਹੁੰਦੇ ਸੋ ਇਹਦਾ ਕੰਪਲੈਕਸ ਬਿਹੇਵੀਅਰ ਜ਼ਿਆਦਾ ਸ਼ੋ ਕਰਦਾ ਐਸ ਕੰਪੈਰੀਜ਼ਨ ਟੂ ਮਾਇਓਗਲੋबिन. ਸੋ ਹੀਮੋਗਲੋबिन ਦੇ ਕੇਸ ਵਿੱਚ ਆਪਾਂ ਸੇਮ ਮੈਥਡ ਯੂਜ਼ ਕਰਾਂਗੇ. ਸੋ ਇਹਦਾ ਉਸ ਮੈਥਡ ਨਾਲ ਫ੍ਰੈਕਸ਼ਨ ਸੈਚੁਰੇਸ਼ਨ ਆ ਜਾਊਗੀ KPN 1 + KPN. ਸੋ N ਹੈਗਾ ਵਾ N ਰਿਪਰੈਜ਼ੈਂਟ ਕਰ ਰਿਹਾ ਕਿੰਨੇ ਆਕਸੀਜਨ ਬਾਈਂਡ ਕੀਤੇ ਆ. ਸੋ N ਕਿੰਨਾ ਹੁੰਦਾ 2.8. ਸੋ ਹੁਣ ਆਪਾਂ ਜੇ N ਦੀ ਗੱਲ ਕਰੀਏ N ਹੁੰਦਾ ਹਿਲ ਕੋਫੀਸ਼ੀਐਂਟ. So Hill coefficient ਹੁੰਦਾ ਹੈ basically it represent degree of interaction between binding site which is measure of cooperativity. So जे n equal to 1 है मतलब no cooperativity present. अगर n greater than 1 है so it show positive cooperativity. But when if n is lesser than 1 so it show negative cooperativity. ਜੇ ਆਪਾਂ ਹੀਮੋਗਲੋबिन ਦੀ ਗੱਲ ਕਰੀਏ ਤਾਂ ਉਹਦੇ ਵਿੱਚ n ਹੁੰਦਾ ਹੈ 2.8 ਸੋ ਇਹ ਕਿਆ ਸ਼ੋ ਕਰਦਾ ਹੈ ਪੋਜ਼ਿਟਿਵ ਕੋਆਪਰੇਟਿਵਿਟੀ ਜਦਕਿ ਮਾਇਓਗਲੋबिन ਦੇ ਕੇਸ ਦੇ ਵਿੱਚ n ਹੁੰਦਾ ਹੈ 1 ਸੋ ਇਹ ਕੋਈ ਕੋਆਪਰੇਟਿਵਿਟੀ ਨਹੀਂ ਸ਼ੋ ਕਰਦਾ ਹੈ. पॉजिटिव कोऑपरेटिविटी का मतलब होता है बाइंडिंग ऑफ वन मॉलिक्यूल ऑफ लाइगेंड फैसिलिटेट बाइंडिंग ऑफ अदर्स. मतलब इसका ये है कि जैसे अगर एक मॉलिक्यूल बाइंड करता है जो बाकी होंगे बाकी जो सब यूनिट से जो लाइगेंड बाइंड होंगे उनको फास्ट कर देगा मतलब उनकी स्पीड को बढ़ा देगा उनके साथ बाइंड करने की. ये हीमोग्लोबिन में प्रेजेंट होती है. जो एग्जैक्ट वैल्यू एन की आती है वो डिपेंड करती है पीएच के ऊपर. जो शेप होती है हीमोग्लोबिन बाइंडिंग कर्व की वो मायोग्लोबिन की तरह नहीं होती. मायोग्लोबिन हाइपरबोलिक कर्व फॉर्म करता है जबकि जो हीमोग्लोबिन है वो सिग्मोइडल और एस शेप कर्व फॉर्म करता है. सो जो शेप होती है कर्व्स की टू हीम ग्रुप प्रोटीन्स के वो एक दूसरे से डिफरेंट होती है. अगर हम इस ग्राफ की बात करें तो 0 to 100 जब हम जाते हैं एसोसिएशन कर्व बनाता है 100 to 0 ये डिसोसिएशन कर्व बनाता है. जैसे जैसे पार्शियल प्रेशर इंक्रीज करता है ऑक्सीजन की बाइंड करने की एफिनिटी भी बढ़ती जाती है. पर जैसे ही हाई पार्शियल प्रेशर वेरी हाई पार्शियल प्रेशर कंडीशन आ जाती है तो मायोग्लोबिन और हीमोग्लोबिन दोनों सैचुरेट हो जाते हैं. जो O2 का पार्शियल प्रेशर होता है वो होता है 100 mm ऑफ Hg लंग्स के अंदर. अगर हम रेस्टिंग टिश्यू के पार्शियल प्रेशर की बात करें वो होता है 40 mm ऑफ Hg. एक्सरसाइजिंग टिश्यू में 20 mm ऑफ Hg प्रेजेंट होता है. अगर हीमोग्लोबिन है कैरियर की तरह एक्ट करे तो रेस्टिंग टिश्यूज़ के अंदर वो 21% O2 को अनलोड करता है जबकि लंग्स के अंदर इन केस ऑफ एक्सरसाइजिंग टिश्यू 66% O2 को अनलोड करता है. अगर मायोग्लोबिन एज ए कैरियर प्रेजेंट होगा तो वो हाइपरबोलिक कर्व फॉर्म करेगा और रेस्टिंग टिश्यूज़ तक लंग्स से 1% O2 अनलोड करेगा जबकि एक्सरसाइजिंग टिश्यू तक 7% O2 अनलोड करेगा. सो इसीलिए स्टोरेज प्रोटीन की तरह एक्ट करता है. मतलब ये बाइंड तो कर जाता है एफिनिटी सी काफ़ी हाई होती है ऑक्सीजन के साथ बाइंड करने की बाइंड करेगा लेकिन अनलोड नहीं करता इजीली. सो इसीलिए स्टोरेज प्रोटीन की तरह भी एक्ट करता है. सो thus cooperative behavior of hemoglobin allow it to unload more O2 tissues than myoglobin. सो इसीलिए बॉडी जो हीमोग्लोबिन को यूज़ करती है O2 एज अ कैरियर.